ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ 에ਅਰਲਾਈਨਸ ਦੀ ਸਰਕਾਰ ਤੋਂ ਮੰਗ, ਟਰੈਵਲ ਨੂੰ ਮੁੜ ਤੋਂ ਖੋਲ੍ਹਣ ਵਾਸਤੇ ਪਲਾਨ ਦੱਸਣ ਲਈ ਕਿਹਾ। ਭਾਰਤ ਨੂੰ ਕੈਨੇਡਾ ਤੋਂ ਭੇਜੀ ਗਈ ਮਦਦ ਪਹੁੰਚੀ, ਮੈਡੀਕਲ ਸਮਾਨ ਦੀ ਭੇਜੀ ਗਈ ਹੈ ਮਦਦ। ਮੈਨੀਟੋਬਾ ਦੇ ਵਿੱਚ ਕੋਵਿਡ-19 ਦੇ ਕਰਕੇ 20 ਸਾਲ ਦੇ ਕਰੀਬ ਲੜਕੀ ਦੀ ਹੋਈ ਮੌਤ। ਕੋਵਿਡ ਦੌਰਾਨ ਦੇ ਤਾਜ਼ਾ ਹਾਲਾਤ ਦੇ ਬਾਰੇ ਦੇਵਾਂਗੇ ਜਾਣਕਾਰੀ। ਵੈਨਕੂਵਰ ਵਿੱਚ ਸਾਈਕਲ ਚਲਾ ਰਹੇ ਵਿਅਕਤੀ ਦੀ ਹਾਦਸੇ 'ਚ ਮੌਤ, ਤਾਂ ਐਬਸਫੋਰਡ ਦੇ ਵਿੱਚ ਵੀ ਵਾਪਰਿਆ ਹਾਦਸਾ, ਇੱਕ ਮੌਤ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੇਂ ਪ੍ਰੋਗਰਾਮਸ ਦੇ ਬਾਰੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਬਾਰੇ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਹੁਣ ਜੋ ਜਾਰੀ ਕੀਤਾ ਗਿਆ ਫੰਡ, ਉਸ ਦੇ ਬਾਰੇ ਦੇਵਾਂਗੇ ਜਾਣਕਾਰੀ। ਇਸ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਖਬਰ 에ਅਰਲਾਈਨਸ ਦੇ ਵੱਲੋਂ ਜੋ ਇਸ ਸਮੇਂ ਆਵਾਜ਼ ਚੁੱਕੀ ਜਾ ਰਹੀ ਹੈ। ਦਰਅਸਲ ਕੈਨੇਡਾ ਸਰਕਾਰ ਦੇ ਵੱਲੋਂ ਟਰੈਵਲ ਨੂੰ ਲੈ ਕੇ ਜਦੋਂ ਤੋਂ ਰੋਕ ਲਗਾਈ ਗਈ ਹੈ, 에ਅਰਲਾਈਨਸ ਦੇ ਉੱਤੇ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਪਿਆ, ਜਿਨ੍ਹਾਂ ਦੀ ਮਦਦ ਦੇ ਵਾਸਤੇ ਵੀ ਕੈਨੇਡਾ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਕਾਮਿਆਂ ਦੀ ਜੋ ਉਹਨਾਂ ਨੂੰ ਕੰਮ ਤੋਂ ਨਾ ਕੱਢਿਆ ਜਾਵੇ, ਤਨਖਾਹ ਦੇ ਵਿੱਚ ਵੀ ਵੇਜ ਸਬਸਿਡੀ ਪ੍ਰੋਗਰਾਮ ਤੇ ਨਾਲ ਹੀ ਵੱਖਰੇ ਪ੍ਰੋਗਰਾਮਸ ਦੇ ਤਹਿਤ ਮਦਦ ਦਿੱਤੀ ਜਾ ਰਹੀ ਹੈ। ਤਾਂ ਇਸ ਦੇ ਉੱਤੇ 에ਅਰਲਾਈਨਸ ਕੌਂਸਲ ਦੇ ਵੱਲੋਂ ਹੁਣ ਮੰਗ ਕੀਤੀ ਗਈ ਹੈ ਕਿ ਕੈਨੇਡਾ ਸਰਕਾਰ ਜੋ ਪੂਰੀ ਰਣਨੀਤੀ ਹੈ ਉਸ ਨੂੰ ਜਾਰੀ ਕਰੇ ਕਿ ਟਰੈਵਲ ਰੋਕ ਹੈ ਜੋ ਲੱਗੀ ਹੋਈ ਹੈ, ਉਸ ਤੋਂ ਬਾਅਦ ਕਿਸ ਤਰ੍ਹਾਂ ਇਸ ਟਰੈਵਲ ਰੋਕ ਨੂੰ ਹਟਾਇਆ ਜਾਵੇਗਾ ਤੇ ਇਸ ਦੇ ਉੱਤੇ ਕੀ ਪਲਾਨ ਹੈ ਜੋ ਕੈਨੇਡਾ ਸਰਕਾਰ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਉਸ ਦੇ ਬਾਰੇ ਪੂਰੀ ਜਾਣਕਾਰੀ ਜਾਰੀ ਕੀਤੀ ਜਾਵੇ। 에ਅਰਲਾਈਨਸ ਦੀ ਇੰਡਸਟਰੀ ਤੋਂ ਇੱਕ ਸੰਗਠਨ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਯੂਨਾਈਟਿਡ ਕਿੰਗਡਮ ਯਾਨੀ ਕਿ ਇੰਗਲੈਂਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਤੇ ਦੁਬਾਰਾ ਤੋਂ ਟਰੈਵਲ ਦੇ ਉੱਤੇ ਜਾਣਕਾਰੀ ਦੱਸੀ ਗਈ, ਤਾਂ ਉਸੇ ਤਰ੍ਹਾਂ ਕੈਨੇਡਾ ਦੇ ਵੱਲੋਂ ਵੀ 에ਅਰਲਾਈਨ ਸੈਕਟਰ ਦੇ ਵਾਸਤੇ ਰੀਸਟਾਰਟ ਪਲਾਨ ਦੱਸਿਆ ਜਾਵੇ ਕਿ ਟਰੈਵਲ ਮੁੜ ਤੋਂ ਕਿਵੇਂ ਤੇ ਕਿਸ ਤਰ੍ਹਾਂ ਸ਼ੁਰੂ ਹੋਵੇਗਾ। ਇਸ ਦੌਰਾਨ ਨੈਸ਼ਨਲ 에ਅਰਲਾਈਨਸ ਕਾਉਂਸਲ ਆਫ ਕੈਨੇਡਾ ਦੇ CEO ਮਾਈਕ ਮੈਕਨੈਨੀ ਵੱਲੋਂ ਇਸ ਮੌਕੇ ਸਵਾਲ ਚੁੱਕੇ ਗਏ, ਜਿਨ੍ਹਾਂ ਨੇ ਕਿਹਾ ਕਿ UK ਦੇ ਵਿੱਚ ਮਈ 17 ਤੋਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਟਰੈਵਲ ਹੈ ਜੋ ਉਹ ਚੋਣਵੇਂ ਦੇਸ਼ਾਂ ਦੇ ਵਾਸਤੇ ਕਿਸ ਤਰ੍ਹਾਂ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਕਿਹੜੀਆਂ ਥਾਵਾਂ ਤੋਂ UK ਦੇ ਵਿੱਚ ਆਉਣ ਵਾਲੇ ਜੋ ਯਾਤਰੀ ਨੇ ਉਹਨਾਂ ਨੂੰ ਕੁਆਰੰਟਾਈਨ ਨਹੀਂ ਕਰਨਾ ਪਵੇਗਾ ਉੱਥੇ ਪਹੁੰਚ ਕੇ, ਜੇਕਰ ਉਹਨਾਂ ਥਾਵਾਂ ਤੋਂ ਆਉਂਦੇ ਨੇ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਗਲੈਂਡ ਦੇ ਵੱਲੋਂ ਅਜਿਹੇ ਦੇਸ਼ਾਂ ਦੀ ਸੂਚੀ ਦਾ ਐਲਾਨ ਵੀ ਕਰ ਦਿੱਤਾ ਗਿਆ, ਜਿਸ ਸੰਬੰਧੀ ਉਹਨਾਂ ਨੇ ਕੈਨੇਡਾ ਨੂੰ ਵੀ ਕਿਹਾ ਕਿ ਕੈਨੇਡਾ ਸਰਕਾਰ ਨੂੰ ਵੀ 에ਅਰਲਾਈਨਸ ਨੂੰ ਕੁਝ ਅਜਿਹਾ ਪਲਾਨ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਉਹਨਾਂ ਦੀ ਮਦਦ ਹੋ ਸਕੇ। ਇਸ ਦੇ ਨਾਲ ਹੀ ਟਰੈਵਲ ਦੀਆਂ ਜੋ ਹਦਾਇਤਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਬਾਰੇ ਵੀ ਕਿ ਅੱਗੇ ਕਿਸ ਤਰ੍ਹਾਂ ਕਦੋਂ ਤੱਕ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ, ਪਲਾਨ 에ਅਰਲਾਈਨਸ ਨੂੰ ਦੇਣਾ ਚਾਹੀਦਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮੌਕੇ ਕੋਵਿਡ-19 ਦੇ ਕਰਕੇ ਜੋ ਨਵੀਂ ਰੋਕ ਵੀ ਲੱਗੀ ਹੈ ਉਸ ਦੇ ਕਰਕੇ ਕਾਫੀ ਜ਼ਿਆਦਾ ਘੱਟ 에ਅਰਲਾਈਨਸ ਨੂੰ ਪੈ ਰਿਹਾ, ਜਿਸ ਕਰਕੇ ਕਾਮਿਆਂ ਦੇ ਉੱਤੇ ਵੀ ਪ੍ਰਭਾਵ ਪੈ ਰਿਹਾ ਹੈ ਤੇ ਨੌਕਰੀਆਂ ਵੀ ਜਾ ਰਹੀਆਂ ਨੇ। ਇੰਟਰਨੈਸ਼ਨਲ ਟਰੈਵਲ ਦੇ ਉੱਤੇ ਇਸ ਮੌਕੇ ਜੋ ਪ੍ਰਭਾਵ ਪਿਆ ਹੋਇਆ ਹੈ ਉਸ ਦੇ ਕਰਕੇ 에ਅਰਲਾਈਨਸ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਇਸ ਦੇ ਉੱਤੇ ਵੀ ਰਣਨੀਤੀ ਦੀ ਮੰਗ ਕੀਤੀ ਗਈ ਹੈ ਕਿ ਕੈਨੇਡਾ ਦੇ ਵੱਲੋਂ ਕਿਸ ਤਰ੍ਹਾਂ ਜਿਨ੍ਹਾਂ ਨੇ ਟੀਕੇ ਲਗਵਾ ਲਏ ਨੇ ਤੇ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ, ਇੰਟਰਨੈਸ਼ਨਲ ਯਾਤਰੀ ਹੋਣਗੇ ਜੋ ਉਹਨਾਂ ਦੇ ਨਾਲ ਕੁਆਰੰਟਾਈਨ ਨਾਲ ਸੰਬੰਧਿਤ ਅੱਗੇ ਫੈਸਲੇ ਲਏ ਜਾਣਗੇ। ਇਸ ਨਾਲ ਅਗਲੀ ਖਬਰ ਹੈ ਕਿ ਜੋ ਕੈਨੇਡਾ ਦੇ ਵੱਲੋਂ ਮੈਡੀਕਲ ਸਹੂਲਤਾਂ ਤੇ ਸਮਾਨ ਹੈ ਜੋ ਉਹ ਭਾਰਤ ਵਾਸਤੇ ਭੇਜਿਆ ਗਿਆ ਹੈ, ਭਾਰਤ ਵਿੱਚ ਉਹ ਮਦਦ ਪਹੁੰਚ ਗਈ ਹੈ, ਜਿਸ ਦੇ ਬਾਰੇ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਡੀਕਲ ਸਹੂਲਤਾਂ ਨੇ ਜੋ ਦਿੱਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਵੈਂਟੀਲੇਟਰ ਵੀ ਸ਼ਾਮਲ ਨੇ ਤੇ ਹੋਰ ਵੀ ਕਾਫੀ ਸਮਾਨ ਸ਼ਾਮਲ ਹੈ ਜੋ ਕਿ ਮੈਡੀਕਲ ਸਪਲਾਈ ਹੈ ਉਸ ਨੂੰ ਭਾਰਤ ਵਿੱਚ ਭੇਜਿਆ ਗਿਆ ਤੇ ਭਾਰਤ ਵਿੱਚ ਉਹ ਸਪਲਾਈ ਪਹੁੰਚ ਵੀ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਵੱਲੋਂ $10 ਮਿਲੀਅਨ ਜੋ ਰੈੱਡ ਕਰਾਸ ਹੈ ਕੈਨੇਡੀਅਨ, ਉਹਨਾਂ ਦੇ ਵੱਲੋਂ ਮਦਦ ਦੇ ਵਿੱਚ ਦਿੱਤਾ ਗਿਆ ਭਾਰਤ ਨੂੰ, ਤੇ ਇਸ ਦੌਰਾਨ ਮੈਡੀਕਲ ਸਪਲਾਈ ਵੀ ਇਸ ਸਮੇਂ ਜੋ ਭੇਜੀ ਗਈ ਹੈ, ਇਸ ਤੋਂ ਅੱਗੇ ਵੀ ਮਦਦ ਦਿੱਤੀ ਜਾਵੇਗੀ। ਇਸ ਦਾ ਜ਼ਿਕਰ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੀਤਾ ਸੀ, ਜੋ ਤੁਹਾਨੂੰ ਸੁਣਾਇਆ ਸੀ। ਤੇ ਹੁਣ ਜੋ ਮਦਦ ਭਾਰਤ ਵਿੱਚ ਪਹੁੰਚੀ ਹੈ ਉਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਜਾਰੀ ਕੀਤੀ। ਅੱਗੇ ਖਬਰ ਹੈ ਕਿ ਮੈਨੀਟੋਬਾ ਵਿੱਚ ਕੋਵਿਡ-19 ਦੇ ਮਾਮਲੇ ਇਸ ਸਮੇਂ ਕਾਫੀ ਗਿਣਤੀ ਦੇ ਵਿੱਚ ਵੱਧ ਰਹੇ ਨੇ। ਨਵੇਂ ਮਾਮਲੇ ਜੋ ਸਾਹਮਣੇ ਆਏ ਨੇ ਉਸ ਦੇ ਬਾਰੇ ਸ਼ਨੀਵਾਰ ਨੂੰ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਦੱਸਾਂਗੇ। ਤੇ ਇਸ ਦੌਰਾਨ ਜੋ ਨਵੇਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਨੇ ਉਸ ਦੇ ਵਿੱਚ 20 ਸਾਲ ਦੀ ਉਮਰ ਦੇ ਕਰੀਬ ਦੀ ਇੱਕ ਲੜਕੀ ਵੀ ਸ਼ਾਮਲ ਹੈ, ਜਿਸ ਦੀ ਕੋਵਿਡ-19 ਦੇ ਕਰਕੇ ਜਾਨ ਚਲੀ ਗਈ ਹੈ। ਸ਼ਨੀਵਾਰ ਨੂੰ ਕੋਵਿਡ-19 ਦੇ ਮਾਮਲਿਆਂ ਦੇ ਬਾਰੇ ਮੈਨੀਟੋਬਾ ਦੇ ਵੱਲੋਂ ਜਦੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਉੱਥੇ ਦੱਸਿਆ ਗਿਆ ਹੈ ਕਿ 488 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦੌਰਾਨ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਹੈ ਜੋ ਵਧਦੀ ਹੀ ਜਾ ਰਹੀ ਹੈ। ਦਰਅਸਲ ਇਸ ਤੋਂ ਇੱਕ ਦਿਨ ਪਹਿਲਾਂ 502 ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਕਾਫੀ ਸਖਤੀ ਦਾ ਵੀ ਸੂਬੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ। ਹੁਣ ਜਦੋਂ ਜਾਣਕਾਰੀ ਦਿੱਤੀ ਗਈ ਹੈ ਸ਼ਨੀਵਾਰ ਨੂੰ, ਤਾਂ ਇਸ ਮੌਕੇ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਕਰਕੇ ਸੂਬੇ ਦੇ ਵਿੱਚ ਹੋਰ 3 ਮੌਤਾਂ ਵੀ ਹੋ ਗਈਆਂ ਨੇ, ਜਿਸ ਦੇ ਵਿੱਚ ਇੱਕ ਲੜਕੀ ਸ਼ਾਮਲ ਹੈ ਜਿਸ ਦੀ 20 ਸਾਲ ਦੇ ਕਰੀਬ ਉਮਰ ਸੀ,
ਜਿਸ ਦੀ ਕਿ ਜਾਨ ਚਲੀ ਗਈ, ਜੋ ਕਿ ਵਿਨੀਪੈਗ ਹੈਲਥ ਰੀਜਨ ਤੋਂ ਸੀ। ਤੇ ਜੋ 2 ਹੋਰ ਮੌਤਾਂ ਹੋਈਆਂ ਨੇ ਉਸ ਦੇ ਵਿੱਚ 2 ਵਿਅਕਤੀ ਨੇ, ਉਹਨਾਂ ਵਿੱਚੋਂ ਇੱਕ ਦੀ ਉਮਰ 70 ਸਾਲ ਦੇ ਕਰੀਬ ਸੀ ਤੇ ਇੱਕ ਦੀ 80 ਸਾਲ ਦੇ ਕਰੀਬ ਸੀ, ਜਿਨ੍ਹਾਂ ਦੀਆਂ ਮੌਤਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਦਾ ਜੋ B117 ਵੇਰੀਐਂਟ ਹੈ ਉਸ ਤੋਂ ਉਹ ਪੀੜਤ ਸਨ, ਜੋ ਕਿ ਪਹਿਲਾਂ UK ਦੇ ਵਿੱਚ ਪਾਇਆ ਗਿਆ ਸੀ। ਇਸ ਤਰ੍ਹਾਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਵਿਅਕਤੀ ਦੀ ਉਮਰ 70 ਸਾਲ ਦੇ ਕਰੀਬ ਸੀ ਉਹ ਵਿਨੀਪੈਗ ਸਿਹਤ ਖੇਤਰ ਤੋਂ ਸੀ। ਤੇ ਇਸ ਦੇ ਬਾਰੇ ਜਦੋਂ ਅੱਗੇ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਸ਼ਨੀਵਾਰ ਨੂੰ ਨਵੇਂ ਮਾਮਲੇ ਸਾਹਮਣੇ ਆਏ ਨੇ 488, ਉਹਨਾਂ ਦੇ ਵਿੱਚੋਂ 399 ਮਾਮਲੇ ਅਜਿਹੇ ਨੇ ਜੋ ਕਿ ਵਿਨੀਪੈਗ ਖੇਤਰ ਤੋਂ ਸਾਹਮਣੇ ਆਏ ਨੇ। ਵਿਨੀਪੈਗ ਦੇ ਵਿੱਚ ਕਾਫੀ ਜ਼ਿਆਦਾ ਗਿਣਤੀ ਵਿੱਚ ਕੋਵਿਡ-19 ਦੇ ਮਾਮਲੇ ਇਸ ਸਮੇਂ ਪਾਏ ਜਾ ਰਹੇ ਨੇ, ਜਿਸ ਕਰਕੇ ਹੁਣ ਹੋਰ ਜ਼ਿਆਦਾ ਸਖਤੀ ਦਾ ਵੀ ਐਲਾਨ ਕੀਤਾ ਗਿਆ ਤੇ ਮੈਨੀਟੋਬਾ ਦੇ ਵੱਲੋਂ ਫਾਈਨ ਵੀ ਪਹਿਲਾਂ ਨਾਲੋਂ ਜ਼ਿਆਦਾ ਕਰ ਦਿੱਤਾ ਗਿਆ। ਅਗਲੀ ਖਬਰ ਹੈ ਵੈਨਕੂਵਰ ਤੋਂ। ਵੈਨਕੂਵਰ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਈਕਲ ਚਲਾ ਰਹੇ ਇੱਕ ਵਿਅਕਤੀ ਦੇ ਨਾਲ ਹਾਦਸਾ ਵਾਪਰ ਗਿਆ। ਰੂਪਰਟ ਸਟਰੀਟ ਦੇ ਉੱਤੇ ਇਹ ਵਾਪਰਿਆ। ਸ਼ੁੱਕਰਵਾਰ ਦੀ ਰਾਤ ਨੂੰ 8:50 ਦੇ ਕਰੀਬ ਦਾ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਿਆ। ਸਾਈਕਲ ਚਲਾ ਰਿਹਾ ਵਿਅਕਤੀ ਜੋ ਹੇਠਾਂ ਡਿੱਗ ਗਿਆ। ਜਦੋਂ ਉਹ ਡਿੱਗਿਆ ਤਾਂ ਉਸਦੇ ਸਿਰ ਦੇ ਉੱਤੇ ਗੰਭੀਰ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਾਈਕਲ ਚਲਾ ਰਿਹਾ ਸੀ ਉਸਨੇ ਹੈਲਮਟ ਨਹੀਂ ਸੀ ਪਾਇਆ ਹੋਇਆ, ਜਿਸ ਕਰਕੇ ਬਚਾਅ ਕਰਨਾ ਮੁਸ਼ਕਲ ਹੋ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਇਸ ਦੇ ਬਾਰੇ ਦੱਸਿਆ ਕਿ ਉਹ ਅੱਗੇ ਜਾਂਚ ਕਰ ਰਹੇ ਨੇ ਤੇ ਚਸ਼ਮਦੀਦਾਂ ਤੋਂ ਵੀ ਜਾਣਕਾਰੀ ਹੈ ਉਹ ਇਕੱਠੀ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਡਿੱਗਿਆ ਕਿਵੇਂ, ਕਿਉਂਕਿ ਇਸ ਦੇ ਬਾਰੇ ਪੁਲਿਸ ਨੇ ਹਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਤਾਂ ਉਧਰ ਐਬਸਫੋਰਡ ਤੋਂ ਇੱਕ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ। ਵਿਅਕਤੀ ਦੇ ਨਾਲ ਟੱਕਰ ਇੱਕ ਗੱਡੀ ਦੀ ਹੋਈ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਐਬਸਫੋਰਡ ਤੇ ਚਿਲਾਵੈਕ ਦੇ ਦਰਮਿਆਨ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮ੍ਰਿਤਕ ਵਿਅਕਤੀ ਉਹਨਾਂ ਨੂੰ ਮਿਲਿਆ। ਇਸ ਦੌਰਾਨ ਐਮਰਜੈਂਸੀ ਟੀਮ ਨੂੰ ਸਵੇਰੇ 6 ਵਜੇ ਦੇ ਕਰੀਬ 38000 ਬਲਾਕ ਨਾਰਥ ਪੈਰਲਲ ਰੋਡ ਦੇ ਉੱਤੇ ਬੁਲਾਇਆ ਗਿਆ। ਐਬਸਫੋਰਡ ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚੇ ਤਾਂ ਉੱਥੇ ਵਿਅਕਤੀ ਮ੍ਰਿਤਕ ਪਾਇਆ ਗਿਆ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਨੂੰ ਕੋਈ ਵਾਹਨ ਟੱਕਰ ਮਾਰ ਕੇ ਉੱਥੋਂ ਤੋਂ ਚਲਾ ਗਿਆ, ਜਿਸ ਤੋਂ ਬਾਅਦ ਸੜਕ ਨੂੰ ਕਾਫੀ ਦੇਰ ਦੇ ਵਾਸਤੇ ਬੰਦ ਵੀ ਰੱਖਿਆ ਗਿਆ ਤਾਂ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਸਕੇ। ਪੁਲਿਸ ਅਧਿਕਾਰੀਆਂ ਦੇ ਵੱਲੋਂ ਲੰਮਾ ਚਿਰ ਉੱਥੇ ਮੌਜੂਦ ਰਹਿ ਕੇ ਸਬੂਤ ਵੀ ਇਕੱਠੇ ਕੀਤੇ ਗਏ, ਜਿਨ੍ਹਾਂ ਦੇ ਵੱਲੋਂ ਇਸ ਮੌਕੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਹਾਦਸੇ ਨਾਲ ਸੰਬੰਧਿਤ ਕੋਈ ਡੈਸ਼ ਕੈਮ ਫੁਟੇਜ ਹੋਵੇ ਤਾਂ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਮਿਸੀਸਾਗਾ ਦੇ ਵਿੱਚ 2 ਵੱਖੋ-ਵੱਖਰੀਆਂ ਫਾਰਮੇਸੀਜ਼ ਦੇ ਅੰਦਰ ਇੱਕ ਵਿਅਕਤੀ ਲੁੱਟ ਦੇ ਮੰਤਵ ਦੇ ਨਾਲ ਪਹੁੰਚਿਆ, ਜਿਸ ਦੇ ਵੱਲੋਂ ਜੋ ਇਹ ਲੁੱਟ ਨੂੰ ਅੰਜਾਮ ਵੀ ਦਿੱਤਾ ਗਿਆ। ਉਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਪੁਲਿਸ ਨੇ ਵੀ ਦੱਸਿਆ ਕਿ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੀਲ ਖੇਤਰ ਦੀ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਥਿਆਰਾਂ ਦੇ ਨਾਲ ਫਾਰਮੇਸੀ ਦੇ ਵਿੱਚ ਲੁੱਟ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 2 ਵੱਖੋ-ਵੱਖਰੀਆਂ ਫਾਰਮੇਸੀਜ਼ ਦੇ ਵਿੱਚ ਲੁੱਟ ਕੀਤੀ ਗਈ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ੁੱਕਰਵਾਰ ਨੂੰ 7 ਮਈ ਦਾ ਦਿਨ ਸੀ ਜਦੋਂ ਸਵੇਰੇ 11:35 ਦੇ ਉੱਤੇ ਇਹ ਮਾਮਲਾ ਸਾਹਮਣੇ ਆਇਆ ਕਿ ਇੱਕ ਵਿਅਕਤੀ ਇੱਕ ਫਾਰਮੇਸੀ ਦੇ ਵਿੱਚ ਗਿਆ, ਜੋ ਕਿ ਗਲੈਨ ਐਰਨ ਡਰਾਈਵ ਦੇ ਉੱਤੇ ਮਿਸੀਸਾਗਾ ਦੇ ਵਿੱਚ ਸੀ, ਜਿੱਥੇ ਕਿ ਪਿਸਤੌਲ ਦਿਖਾਈ ਗਈ ਵਿਅਕਤੀ ਦੇ ਵੱਲੋਂ। ਜਿਸ ਤੋਂ ਬਾਅਦ ਜਦੋਂ ਫਾਰਮੇਸੀ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਉਹ ਮੌਜੂਦ ਨਹੀਂ ਹੈ ਤਾਂ ਉਹ ਵਿਅਕਤੀ ਉੱਥੋਂ ਭੱਜ ਗਿਆ, ਜਿਸ ਤੋਂ ਕੁਝ ਦੇਰ ਬਾਅਦ ਉਸਨੇ ਇੱਕ ਹੋਰ ਫਾਰਮੇਸੀ ਦੇ ਵਿੱਚ ਪਹੁੰਚ ਕੇ ਅਜਿਹੀ ਹੀ ਮੰਗ ਕੀਤੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਦੇ ਕੋਲੋਂ ਹਥਿਆਰ ਵੀ ਮਿਲਿਆ। 33 ਸਾਲਾ ਮਿਸੀਸਾਗਾ ਦਾ ਰਹਿਣ ਵਾਲਾ ਜੋਨਾਥਨ ਰਾਈਡਿੰਗ ਦੇ ਵਜੋਂ ਉਸ ਦੀ ਪਛਾਣ ਹੋਈ ਹੈ, ਜਿਸ ਦੇ ਉੱਤੇ 2 ਲੁੱਟ ਦੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੀ ਕਿ ਓਨਟਾਰੀਓ ਕੋਰਟ ਆਫ ਜਸਟਿਸ ਸਿਟੀ ਆਫ ਬਰੈਂਪਟਨ ਦੇ ਵਿੱਚ 8 ਮਈ ਨੂੰ ਯਾਨੀ ਕਿ ਅੱਜ ਪੇਸ਼ੀ ਵੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਵੱਖੋ-ਵੱਖਰੀਆਂ ਸੰਸਥਾਵਾਂ ਨੂੰ ਇਸ ਸਮੇਂ ਵਿੱਤੀ ਮਦਦ ਦਿੱਤੀ ਜਾ ਰਹੀ ਹੈ, ਜੋ ਕਿ ਬ੍ਰਿਟਿਸ਼ ਕੋਲੰਬੀਅਨਸ ਦੀ ਵੱਖੋ-ਵੱਖਰੇ ਪੱਧਰ ਦੇ ਉੱਤੇ ਮਦਦ ਦੇ ਵਾਸਤੇ ਜੋ ਵੱਖੋ-ਵੱਖਰੇ ਪ੍ਰੋਜੈਕਟ ਨੇ ਉਹਨਾਂ ਦੇ ਵਾਸਤੇ ਇਹ ਮਦਦ ਜਾਰੀ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ, ਤੁਹਾਨੂੰ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ $8.6 ਮਿਲੀਅਨ ਤੱਕ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇਗੀ ਜੋ ਕਿ ਅਪਰਾਧ ਨੂੰ ਰੋਕਣ ਦੇ ਵਾਸਤੇ ਤੇ ਨਾਲ ਹੀ ਹੋਰ ਸਹੂਲਤਾਂ ਦੇਣ ਦੇ ਵਾਸਤੇ ਮਦਦ ਮੁਹੱਈਆ ਕਰਵਾਈ ਜਾਵੇਗੀ, ਜਿਸ ਦੇ ਵਿੱਚ ਵੱਖੋ-ਵੱਖਰੇ ਭਾਈਚਾਰਿਆਂ ਦੇ ਲਈ ਇਹ ਮਦਦ ਜਾਰੀ ਕੀਤੀ ਜਾਵੇਗੀ, ਜਿਸ ਦੇ ਵਿੱਚ ਮੂਲ ਨਿਵਾਸੀ ਪਰਿਵਾਰ ਵੀ ਸ਼ਾਮਲ ਹੋਣਗੇ। ਇਸ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਵੱਖੋ-ਵੱਖਰੇ 221 ਪ੍ਰੋਜੈਕਟ ਨੇ, ਜਿਨ੍ਹਾਂ ਦੇ ਵਾਸਤੇ ਇਹ ਵਿੱਤੀ ਮਦਦ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਅਗਵਾਈ ਵੱਖੋ-ਵੱਖਰੀਆਂ ਸੰਸਥਾਵਾਂ ਕਰ ਰਹੀਆਂ ਨੇ, ਲੋਕਲ ਸਰਕਾਰਾਂ ਕਰ ਰਹੀਆਂ ਨੇ ਤੇ ਨਾਲ ਹੀ ਸਕੂਲ ਡਿਸਟ੍ਰਿਕਟ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਨਰਲ ਮਾਈਕ ਫਾਰਨਵਰਥ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ 15 ਸਾਲ ਦੌਰਾਨ
ਸਿਵਲ ਜ਼ਬਤੀ ਦੇ ਜ਼ਿਆਦਾਤਰ ਕੇਸਾਂ ਦਾ ਸਬੰਧ ਡਰੱਗ, ਗੈਂਗ ਤੇ ਸੰਗਠਿਤ ਅਪਰਾਧ ਨਾਲ ਰਿਹਾ ਹੈ। ਇਸ ਕਰਕੇ ਇਹ ਉਚਿਤ ਰਹੇਗਾ ਕਿ ਇੱਕ ਵਾਰ ਫਿਰ ਕੁਝ ਪੈਸਾ ਗੈਂਗ ਰੋਕਥਾਮ ਦੇ ਵਿੱਚ ਲਾਇਆ ਜਾਵੇ। ਇਹ ਸਾਲਾਨਾ ਗ੍ਰਾਂਟਸ, ਗਰੋਹਾਂ ਦੇ ਵਿੱਚ ਸ਼ਮੂਲੀਅਤ, ਲਿੰਗ ਅਪਰਾਧ, ਹਿੰਸਾ ਤੇ ਔਰਤਾਂ ਖਿਲਾਫ ਹਿੰਸਾ ਦੀ ਰੋਕਥਾਮ ਦੇ ਨਾਲ ਜੀਵਨ ਨੂੰ ਬਦਲਣ ਜਾਂ ਬਚਾਉਣ ਵਾਸਤੇ ਕੰਮ ਕਰਨ ਦੇ ਵਿੱਚ ਮਦਦ ਕਰਨਗੀਆਂ। ਇਸ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ 34 ਵੱਖੋ-ਵੱਖਰੇ ਪ੍ਰੋਜੈਕਟ ਨੇ ਜਿਨ੍ਹਾਂ ਨੂੰ $2.2 ਮਿਲੀਅਨ ਦੀ ਫੰਡਿੰਗ ਮਿਲ ਰਹੀ ਹੈ, ਜਿਸ ਦੇ ਵਿੱਚ ਅਪਰਾਧ ਨੂੰ ਰੋਕਣ ਦੇ ਵਾਸਤੇ ਕੰਮ ਤੇ ਨਾਲ ਹੀ ਨੌਜਵਾਨਾਂ ਦੇ ਉੱਤੇ ਗੈਂਗ ਹਿੰਸਾ ਦੇ ਪੈ ਰਹੇ ਪ੍ਰਭਾਵ ਸੰਬੰਧੀ ਉਹਨਾਂ ਨੂੰ ਜਾਗਰੂਕ ਕਰਨਾ ਕੁਝ ਅਜਿਹੇ ਪ੍ਰੋਜੈਕਟ ਵੀ ਸ਼ਾਮਲ ਨੇ। ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਨਵੀਆਂ ਸਟਰੀਮਸ ਖੋਲੀਆਂ ਗਈਆਂ ਨੇ 6 ਮਈ ਨੂੰ, ਉਸ ਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਵਾਸਤੇ ਤਾਂ ਫਾਈਲਾਂ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ ਨੇ, ਪਰ ਜ਼ਰੂਰੀ ਕੰਮ ਹੈ, ਸਿਹਤ ਕੰਮ ਹੈ ਤੇ ਨਾਲ ਹੀ ਫ੍ਰੈਂਚ ਬੋਲਣ ਵਾਲਿਆਂ ਦੇ ਵਾਸਤੇ ਜੋ ਤਾਜ਼ਾ ਅੰਕੜੇ ਨੇ ਕਿ ਆਖਿਰ ਕਿੰਨੀਆਂ ਕੁ ਫਾਈਲਾਂ ਨੇ ਜਮ੍ਹਾਂ ਹੋ ਚੁੱਕੀਆਂ ਨੇ, ਉਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੱਸੇ ਗਈ ਜਾਣਕਾਰੀ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਇਮੀਗ੍ਰੇਸ਼ਨ ਵਿਭਾਗ ਨੇ ਜੋ ਵੱਖ-ਵੱਖਰੀਆਂ ਸਟਰੀਮਸ ਦੇ ਰਾਹੀਂ 90,000 ਨੂੰ ਪੱਕੇ ਕਰਨ ਦੇ ਲਈ ਪ੍ਰੋਗਰਾਮ ਖੋਲ੍ਹਿਆ। 6 ਮਈ ਨੂੰ ਇਹ ਪ੍ਰੋਗਰਾਮ ਖੁੱਲ੍ਹਿਆ ਸੀ ਤੇ ਹੁਣ 8 ਮਈ ਨੂੰ ਸ਼ਾਮ ਦੇ 4:43 ਤੇ ਜੋ ਆਖਰੀ ਅਪਡੇਟ ਦਿੱਤੀ ਹੈ ਇਮੀਗ੍ਰੇਸ਼ਨ ਵਿਭਾਗ ਨੇ, ਉਸ ਤਹਿਤ ਜੋ ਸਿਹਤ ਕਾਮੇ ਨੇ ਉਹਨਾਂ ਦੀਆਂ 20,000 ਦੇ ਵਿੱਚੋਂ 1,001 ਫਾਈਲਾਂ ਹੀ ਹਜੇ ਲੱਗੀਆਂ ਨੇ। ਜੋ ਜ਼ਰੂਰੀ ਕਾਮੇ ਨੇ ਉਹਨਾਂ ਦੇ 30,000 ਫਾਈਲਾਂ ਦੇ ਵਿੱਚੋਂ 6,667 ਫਾਈਲਾਂ ਹੀ ਹਜੇ ਲੱਗੀਆਂ ਨੇ, ਪਰ ਜੋ ਇੰਟਰਨੈਸ਼ਨਲ ਗ੍ਰੈਜੂਏਟ ਨੇ ਉਹਨਾਂ ਦੀਆਂ 40,000 ਫਾਈਲਾਂ ਪੂਰੀਆਂ ਹੋ ਚੁੱਕੀਆਂ ਨੇ। ਜਿਹੜੇ ਫ੍ਰੈਂਚ ਬੋਲਣ ਵਾਲੇ ਨੇ ਉਹਨਾਂ ਦੇ ਵਿੱਚ ਸਿਹਤ ਕਾਮਿਆਂ ਦੀਆਂ 10 ਫਾਈਲਾਂ ਲੱਗ ਚੁੱਕੀਆਂ ਨੇ। ਜਿਹੜੇ ਕਿ ਫ੍ਰੈਂਚ ਬੋਲਣ ਵਾਲੇ ਜ਼ਰੂਰੀ ਕਾਮੇ ਨੇ ਉਹਨਾਂ ਦੀਆਂ 269 ਫਾਈਲਾਂ ਲੱਗ ਚੁੱਕੀਆਂ ਨੇ ਤੇ ਜੋ ਇੰਟਰਨੈਸ਼ਨਲ ਗ੍ਰੈਜੂਏਟ ਨੇ ਫ੍ਰੈਂਚ ਵੀ ਬੋਲ ਲੈਂਦੇ ਨੇ ਉਹਨਾਂ ਦੀਆਂ 87 ਫਾਈਲਾਂ PR ਦੇ ਵਾਸਤੇ ਜਮ੍ਹਾਂ ਹੋ ਚੁੱਕੀਆਂ ਨੇ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਇਹ ਤਾਜ਼ਾ ਅੰਕੜੇ ਸਾਂਝੇ ਕੀਤੇ ਗਏ ਨੇ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਅਗਲੀ ਖਬਰ ਹੈ ਕਿ ਮਿਸੀਸਾਗਾ ਦੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ 2 ਜਣਿਆਂ ਨੇ ਦਮ ਤੋੜ ਦਿੱਤਾ। ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮਿਸੀਸਾਗਾ ਵਿੱਚ ਸ਼ਨੀਵਾਰ ਦੀ ਸਵੇਰ ਨੂੰ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕੋ ਵਾਹਨ ਸ਼ਾਮਲ ਸੀ ਜੋ ਕਿ ਬਿਜਲੀ ਦੇ ਖੰਭੇ ਦੇ ਨਾਲ ਟਕਰਾ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਨੀਵਾਰ ਨੂੰ ਸਵੇਰੇ 7:15 ਦੇ ਉੱਤੇ ਹਾਦਸਾ ਵਾਪਰਿਆ, ਜਿਸ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੁੰਦੇ ਸਾਰ ਵਾਹਨ ਨੂੰ ਭਿਆਨਕ ਅੱਗ ਲੱਗ ਗਈ। ਜਦੋਂ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਵਾਹਨ ਨੂੰ ਅੱਗ ਲੱਗੀ ਹੋਈ ਸੀ। ਇਸ ਮੌਕੇ ਫਾਇਰ ਕ੍ਰਿਊ ਨੇ ਅੱਗ ਨੂੰ ਬੁਝਾਇਆ ਤਾਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਵਾਹਨ ਦੇ ਵਿੱਚ 2 ਵਿਅਕਤੀ ਉਸ ਮੌਕੇ ਮੌਜੂਦ ਸਨ ਜਦੋਂ ਹਾਦਸਾ ਵਾਪਰਿਆ ਤੇ ਹਾਦਸੇ ਤੋਂ ਬਾਅਦ ਜਦੋਂ ਉਹ ਪਹੁੰਚੇ ਤਾਂ ਇੱਕ ਵਿਅਕਤੀ ਵਾਹਨ ਤੋਂ ਬਾਹਰ ਮੌਜੂਦ ਸੀ ਤਾਂ ਦੂਜਾ ਵਾਹਨ ਦੇ ਅੰਦਰ ਹੀ ਸੀ ਤੇ ਦੋਵਾਂ ਦੀ ਜਾਨ ਜਾ ਚੁੱਕੀ ਸੀ। ਇਸ ਦੌਰਾਨ ਚਸ਼ਮਦੀਦਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਉਹ ਲਾਲ ਰੰਗ ਦੀ ਫਰਾਰੀ ਸੀ, ਪਰ ਪੁਲਿਸ ਨੇ ਫਿਲਹਾਲ ਇਸ ਮੌਕੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਨੇ ਤੇ ਹਜੇ ਤੱਕ ਉਹਨਾਂ ਨੇ ਮ੍ਰਿਤਕਾਂ ਦੀ ਪਛਾਣ ਨੂੰ ਵੀ ਜਨਤਕ ਨਹੀਂ ਕੀਤਾ। ਅੱਜ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।